Dear students, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6th ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਲਾਸਟ ਚੈਪਟਰ ਮਿਸਲੇਨੀਅਸ ਟੌਪਿਕਸ ਇਹ ਆਪਾਂ ਅੱਜ ਤੋਂ ਸ਼ੁਰੂ ਕਰਾਂਗੇ। ਇਸ ਦੇ ਵਿੱਚ ਅਲੱਗ-ਅਲੱਗ ਮੈਨੇਜਮੈਂਟ ਦੇ ਮਿਸਲੇਨੀਅਸ ਟੌਪਿਕਸ ਨੇ, ਉਹ ਡਿਸਕਸ ਕਰਾਂਗੇ। ਮਿਸਲੇਨੀਅਸ ਟੌਪਿਕਸ ਦੇ ਵਿੱਚ ਜੋ ਸਿਲੇਬਸ ਦੇ ਮੁਤਾਬਕ ਹੈ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ CRM, ਟੋਟਲ ਕੁਆਲਿਟੀ ਮੈਨੇਜਮੈਂਟ TQM, ਇੰਟਲੈਕਚੁਅਲ ਪ੍ਰੋਪਰਟੀ ਰਾਈਟਸ IPR। ਇਹ ਤਿੰਨ ਜਿਹੜੇ ਟੌਪਿਕਸ ਨੇ ਇਸ ਚੈਪਟਰ ਦੇ ਵਿੱਚ, ਇਹਨਾਂ ਨੂੰ ਆਪਾਂ ਵਾਰੀ-ਵਾਰੀ ਡਿਸਕਸ ਕਰਾਂਗੇ। ਆਪਾਂ ਸਭ ਤੋਂ ਪਹਿਲਾਂ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ CRM, ਇਸ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਇਸ ਨੂੰ ਆਪਾਂ ਅਲੱਗ-ਅਲੱਗ 3 ਪੁਆਇੰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਇਸ ਦੀ ਡੈਫੀਨੇਸ਼ਨ ਐਂਡ ਨੀਡ, ਟਾਈਪਸ ਆਫ CRM, ਇਸ ਦੇ ਵਿੱਚ ਅੱਗੇ ਇਹਨਾਂ ਦੇ ਐਡਵਾਂਟੇਜ ਵੀ ਆ ਜਾਣਗੇ, ਫੰਕਸ਼ਨਸ ਵੀ ਆ ਜਾਣਗੇ। ਦੈਨ ਕਸਟਮਰ ਸੈਟਿਸਫੈਕਸ਼ਨ, ਇਹਨਾਂ ਪੁਆਇੰਟਸ ਨੂੰ ਆਪਾਂ ਅਲੱਗ-ਅਲੱਗ ਡਿਸਕਸ ਕਰਾਂਗੇ। CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਇਸ ਦੇ ਵਿੱਚ ਜਿਵੇਂ ਪਹਿਲਾਂ ਕੀ ਹੁੰਦਾ ਸੀ, ਜਦੋਂ ਆਮ ਛੋਟੀਆਂ ਦੁਕਾਨਾਂ ਮਹੱਲਿਆਂ ਦੇ ਵਿੱਚ ਹੁੰਦੀਆਂ ਤਾਂ ਉੱਥੋਂ ਦਾ ਜਿਹੜਾ ਦੁਕਾਨਦਾਰ ਹੈ ਉਹ ਪੂਰੇ ਮਹੱਲੇ ਦੇ ਹਰੇਕ ਬੰਦੇ ਨੂੰ, ਇਕੱਲੇ ਨੂੰ ਉਸ ਦੇ ਬਾਰੇ ਪਤਾ ਹੁੰਦਾ, ਉਹਦੇ ਪਰਿਵਾਰ ਦੇ ਬਾਰੇ ਵਿੱਚ ਪਤਾ ਹੁੰਦਾ ਹੈ, ਉਸ ਦੀ ਸਾਰੀ ਹਿਸਟਰੀ ਉਹ ਜਾਣਦਾ ਹੁੰਦਾ ਹੈ, ਉਸ ਦਾ ਫਾਈਨੈਂਸ਼ੀਅਲ ਲੈਵਲ ਜਾਣਦਾ, ਉਹਦੀ ਨੀਡ ਜਾਣਦਾ ਹੈ, ਉਹਦਾ ਜੋ ਉਸ ਨੂੰ ਸਮਾਨ ਚਾਹੀਦਾ ਉਸ ਨੂੰ ਆਲਮੋਸਟ ਪਤਾ ਹੁੰਦਾ ਹੈ। ਜਦੋਂ ਗਾਹਕ ਉਹਦੀ ਦੁਕਾਨ 'ਤੇ ਆਉਂਦਾ ਹੈ, ਕਸਟਮਰ ਆਇਆ, ਉਹਨੂੰ ਪਤਾ ਹੈ ਕਿ ਉਹਨੇ ਜਦੋਂ ਚੀਜ਼ ਮੰਗਣੀ, ਉਹਨੇ ਕਿਸ ਤਰ੍ਹਾਂ ਦੀ ਚੀਜ਼ ਲੈਣੀ, ਉਹਨੇ ਦੇ ਦੇਣੀ ਹੈ। ਬਟ ਜਦੋਂ ਹੁਣ ਆਮ ਜਿਹੜਾ ਕਸਟਮਰ ਹੈ, ਉਹਦੀਆਂ ਡਿਮਾਂਡ ਥੋੜ੍ਹੀ ਵੱਧਦੀ ਹੈ, ਉਹ ਮਹੱਲੇ ਦੀ ਦੁਕਾਨ ਤੋਂ ਉੱਠ ਕੇ ਬਾਜ਼ਾਰ ਵੱਡੀਆਂ ਦੁਕਾਨਾਂ 'ਤੇ ਜਾਂਦਾ ਹੈ, ਮਾਲ ਦੇ ਵਿੱਚ ਜਾਂਦਾ ਹੈ, ਤਾਂ ਉੱਥੇ ਨਵੀਆਂ ਬ੍ਰਾਂਡਸ ਲੈਂਦਾ। ਹੁਣ ਬ੍ਰਾਂਡਸ ਵਾਲਿਆਂ ਨੂੰ ਇਹ ਇਕੱਲੇ ਕਸਟਮਰ ਦਾ ਹਿਸਾਬ ਰੱਖਣਾ ਇਸ ਤਰ੍ਹਾਂ ਬਹੁਤ ਮੁਸ਼ਕਿਲ ਹੈ ਕਿ ਇਸ ਦਾ ਕੀ ਲੈਵਲ ਹੈ, ਕਿਸ ਤਰ੍ਹਾਂ ਦਾ ਬੈਨੀਫਿਟ ਹੈ। ਇਕੱਲੇ ਨੂੰ ਜਿਵੇਂ ਇੱਕ ਦੁਕਾਨਦਾਰ ਹਿਸਾਬ ਰੱਖ ਸਕਦਾ ਹੈ, ਉਸ ਤਰ੍ਹਾਂ ਸਾਰੇ ਜਿਹੜੇ ਵੱਡੀਆਂ ਦੁਕਾਨਾਂ ਵਾਲੇ, ਵੱਡੇ ਸ਼ੋਰੂਮ, ਵੱਡੇ ਮਾਲਸ ਵਾਲੇ ਇੰਨਾ ਹਿਸਾਬ ਨਹੀਂ ਰੱਖ ਸਕਦੇ। ਤਾਂ ਉੱਥੇ ਇੱਕ ਜਿਹੜੀ ਟੈਕਨੀਕ ਯੂਜ਼ ਕਰਦੇ ਆ, ਉਹ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਇਹਦੇ 'ਚ ਬੇਸਿਕਲੀ ਕੀ ਹੈ, ਮੈਨੇਜਿੰਗ ਰਿਲੇਸ਼ਨਸ਼ਿਪ ਵਿਦ ਦਾ ਕਸਟਮਰ ਦੇ ਨਾਲ ਜੋ ਰਿਲੇਸ਼ਨਸ਼ਿਪ ਹੈ ਕੰਪਨੀ ਦੇ, ਬ੍ਰਾਂਡ ਦੇ, ਉਹਨੂੰ ਮੈਨੇਜ ਕਰਨਾ। ਟੂ ਡੀਲ ਅਕੋਰਡਿੰਗ ਟੂ ਕਸਟਮਰ ਲੈਵਲ, ਕਸਟਮਰ ਦੇ ਲੈਵਲ ਦੇ ਅਕੋਰਡਿੰਗ ਡੀਲ ਕਰਨਾ। ਪਰਸਨਲ ਰਿਲੇਸ਼ਨ ਵਿਦ ਕਸਟਮਰ ਨਾਲ ਕੋਈ ਪਰਸਨਲ ਰਿਲੇਸ਼ਨ ਬਣਾ ਕੇ ਰੱਖਣਾ। ਨੋਇੰਗ ਦਾ ਨੀਡਸ ਐਂਡ ਫਾਈਨੈਂਸ਼ੀਅਲ ਸਟੇਟਸ ਆਫ ਕਸਟਮਰ, ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਜਾਣ ਲੈਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਕਸਟਮਰ ਦੀ ਕਿਸ ਪ੍ਰੋਡਕਟ ਵੱਲ ਧਿਆਨ ਹੋਏਗਾ, ਅਸੀਂ ਉਸ ਨੂੰ ਉਸ ਪ੍ਰੋਡਕਟ ਦੇ ਬਾਰੇ ਜਿਹੜਾ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਜੋ ਹੈ ਸਾਡੀ ਚੀਜ਼ ਨੂੰ ਖਰੀਦੇ ਅਤੇ ਸਾਡੇ ਜਿਹੜੀ ਕੰਪਨੀ ਦਾ ਪ੍ਰੋਫਿਟ ਬਣੇ। ਅਲੱਗ-ਅਲੱਗ ਸਕਾਲਰਸ ਵੱਲੋਂ ਜੋ CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਦੀਆਂ ਡੈਫੀਨੇਸ਼ਨ ਦਿੱਤੀਆਂ ਗਈਆਂ। CRM, it is a business strategy that aims to understand, manage and personalize the needs of current and potential customer। ਕਿ ਇੱਕ ਬਿਜ਼ਨਸ ਦੀ ਸਟਰੈਟਜੀ ਹੈ, ਇੱਕ ਤਰੀਕਾ ਹੈ ਜਿਹੜਾ ਕਿ ਕੀ ਏਮ ਹੈ ਉਸ ਦਾ, ਕਿ ਕਰੰਟ ਕਸਟਮਰ ਅਤੇ ਪੋਟੈਂਸ਼ੀਅਲ ਜਿਹੜਾ ਬਣਨ ਵਾਲਾ ਕਸਟਮਰ, ਉਸ ਦੀਆਂ ਨੀਡਸ ਨੂੰ ਅੰਡਰਸਟੈਂਡ ਕਰਨਾ, ਮੈਨੇਜ ਕਰਨਾ ਅਤੇ ਪਰਸਨਲਾਈਜ਼ ਕਰਨਾ, ਉਸ ਦੇ ਮੁਤਾਬਕ ਉਸ ਨੂੰ ਆਪਣਾ ਸਮਾਨ ਵੇਚਣਾ। ਦੂਸਰੀ ਡੈਫੀਨੇਸ਼ਨ ਹੈ, ਇਟ ਇਜ਼ ਵੈਲ ਡਿਫਾਈਨਡ ਸੀਰੀਜ਼ ਆਫ ਫੰਕਸ਼ਨਸ, ਸਕਿੱਲਸ, ਪ੍ਰੋਸੈਸਿਸ ਐਂਡ ਟੈਕਨੋਲੋਜੀਜ਼। ਇਹਨਾਂ 4 ਚੀਜ਼ਾਂ ਦੀ ਇੱਕ ਸੀਰੀਜ਼ ਹੈ ਜਿਹਦੇ ਵਿੱਚ ਫੰਕਸ਼ਨਸ ਹੈ, ਸਕਿੱਲਸ ਹੈ, ਪ੍ਰੋਸੈਸਿਸ ਹੈ, ਟੈਕਨੋਲੋਜੀਜ਼ ਹੈ, ਵਿਚ ਅਲਾਓ ਟੂ ਮੈਨੇਜ ਦਾ ਕਸਟਮਰਸ ਮੋਰ ਪ੍ਰੋਫਿਟੇਬਲੀ, ਜਿਹੜਾ ਕਿ ਕਸਟਮਰ ਨੂੰ ਮੈਨੇਜ ਕਰਨ ਦੇ ਕੰਮ ਆਉਂਦਾ ਹੈ, ਜਿਸ ਤੋਂ ਕਿ ਕੰਪਨੀ ਨੂੰ ਜ਼ਿਆਦਾ ਪ੍ਰੋਫਿਟ ਮਿਲੇ। ਨੈਕਸਟ ਡੈਫੀਨੇਸ਼ਨ ਹੈ, ਇਟ ਇਜ਼ ਪਾਲਿਸੀ ਐਂਡ ਪ੍ਰੋਸੈਸ ਆਫ ਡੀਲਿੰਗ ਵਿਦ ਕਸਟਮਰ। ਸਿੰਪਲ ਡੈਫੀਨੇਸ਼ਨ ਹੈ ਕਿ ਕਸਟਮਰ ਨਾਲ ਡੀਲ ਕਰਨ ਦੀ ਪਾਲਿਸੀ ਅਤੇ ਪ੍ਰੋਸੈਸ। ਪ੍ਰੋਵੀਜ਼ਨ ਆਫ ਬੈਟਰ ਕਮਿਊਨੀਕੇਸ਼ਨ ਆਫਰ ਸਰਵਿਸਿਜ਼ ਔਨ ਦਾ ਬੇਸਿਸ ਆਫ ਇੰਟਰੈਕਸ਼ਨ, ਜਿਹੜਾ ਹੈਗਾ ਸਾਡੇ ਕੋਲੇ ਇੰਟਰੈਕਸ਼ਨ ਕਰਦੇ ਹਾਂ ਗਾਹਕ ਦੇ ਨਾਲ, ਕਸਟਮਰ ਦੇ ਨਾਲ, ਅਤੇ ਉਸ ਦੇ ਨਾਲ ਸਾਨੂੰ ਜਿਹੜਾ ਹੈਗਾ ਬੈਟਰ ਕਮਿਊਨੀਕੇਸ਼ਨ ਜਿਹੜੀ ਹੈ ਉਹ ਕਰਨ ਦਾ ਸਾਨੂੰ ਪ੍ਰੋਵੀਜ਼ਨ ਮਿਲਦਾ ਹੈ, ਅਤੇ ਜਿਸ ਦੇ ਨਾਲ ਅਸੀਂ ਉਹਨੂੰ ਸਰਵਿਸਿਜ਼ ਜਿਹੜੀਆਂ ਵਧੀਆ ਆਫਰ ਕਰ ਸਕਦੇ ਹਾਂ।
ਨੀਡ ਆਫ CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਦੀ ਜ਼ਰੂਰਤ ਕਿਉਂ ਹੈ? ਗਰੋਥ ਫॉर ਕਸਟਮਰ, ਜਿਹੜਾ ਕਿ ਇੱਕ ਤਾਂ ਕਸਟਮਰ ਦੀ ਹੈਲਪ ਕਰਦੀ ਹੈ CRM, ਕਿ ਉਹ ਰਾਈਟ ਪ੍ਰੋਡਕਟ ਜਿਹੜੀ ਉਹਨੂੰ ਚਾਹੀਦੀ ਹੈ, ਜਿਹੜੀ ਉਹਦੇ ਬਜਟ ਦੇ ਅਕੋਰਡਿੰਗ ਹੈ, ਉਹ ਉਸ ਨੂੰ ਮਿਲਦੀ ਹੈ। ਮਤਲਬ ਕਸਟਮਰ ਦੀ ਇੱਕ ਤਰ੍ਹਾਂ ਗਰੋਥ ਹੁੰਦੀ ਹੈ, ਉਹਨੂੰ ਬੈਟਰ ਚੋਇਸ ਮਿਲਦੀਆਂ ਲੈਸਰ ਟਾਈਮ ਨਾਲ, ਜਦੋਂ ਉਹਦੇ ਨਾਲ ਅਸੀਂ ਕਸਟਮਰ ਦਾ ਰਿਲੇਸ਼ਨਸ਼ਿਪ ਵਧੀਆ ਹੋ ਜਾਂਦਾ ਹੈ ਕਿਸੇ ਵੀ ਫਰਮ ਦਾ। ਕਸਟਮਾਈਜ਼ਡ ਮਾਰਕੀਟਿੰਗ, ਹੁਣ ਕੰਪਨੀ ਨੂੰ ਜੇਕਰ ਪਤਾ ਲੱਗ ਜੇ ਕਿ ਜਿਹੜੇ ਉਹਦੇ ਐਗਜ਼ਿਸਟਿੰਗ ਕਸਟਮਰ ਹੈ ਜਾਂ ਪੋਟੈਂਸ਼ੀਅਲ ਕਸਟਮਰ ਹੈ, ਉਹਨਾਂ ਦੇ ਕੀ ਜ਼ਰੂਰਤਾਂ ਅਤੇ ਕੀ ਪ੍ਰੈਫਰੈਂਸਿਸ ਹੈ, ਤਾਂ ਫਿਰ ਉਹ ਉਹੀ ਚੀਜ਼ਾਂ ਹੀ ਉਸ ਨੂੰ ਸੇਲ ਕਰਨ ਦੇ ਲਈ ਜਿਹੜਾ ਹੈ ਆਪਣਾ ਜ਼ੋਰ ਲਗਾਏਗੀ। ਅਦਰਵਾਈਜ਼ ਕਈ ਹੁਣ ਪਤਾ ਹੈ ਕਿ ਜਿਵੇਂ ਇੱਕ ISD ਫੈਸਿਲਿਟੀ ਹੈ, ਜੇ ਟੈਲੀਫੋਨ ਕੰਪਨੀ ਵਾਲੇ ਉਸ ਬੰਦੇ ਨੂੰ ਇਹ ਫੈਸਿਲਿਟੀ ਦੇਣ ਦਾ ਕੋਸ਼ਿਸ਼ ਕਰਨ ਜਿਹਨੇ ਕਦੀ ਕੋਈ ਉਹਦਾ ਇੰਟਰਨੈਸ਼ਨਲ ਉਹਨੇ ਕਦੀ ਕਾਲ ਕੀਤੀ ਨਹੀਂ, ਉਹਦਾ ਕੋਈ ਉੱਥੇ ਰਹਿੰਦਾ ਹੀ ਨਹੀਂ, ਕੋਈ ਦੋਸਤ ਹੀ ਨਹੀਂ, ਤਾਂ ਇੱਕ ਤਰ੍ਹਾਂ ਟਾਈਮ ਖਰਾਬ ਕਰਨਾ ਉਹਦਾ ਵੀ ਅਤੇ ਆਪਣਾ ਵੀ। ਸੋ CRM ਨਾਲ ਪਤਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਦੇ ਰਿਲੇਸ਼ਨ ਬਣਦੇ ਆ ਕਿ ਉਹਦੀ ਕੀ ਰਿਕੁਆਇਰਮੈਂਟ ਹੈ, ਉਸ ਦੇ ਮੁਤਾਬਕ ਕੰਪਨੀ ਆਪਣੀ ਮਾਰਕੀਟਿੰਗ ਦੇ ਪਲਾਨ ਵਧੀਆ ਕਰਦੀ ਹੈ। ਲੋਅਰ ਕੋਸਟ ਆਫ ਮਾਰਕੀਟਿੰਗ, ਇਹ ਜਿਹੜੀ CRM ਹੈ, ਜਦੋਂ ਇਸ ਦੇ ਬਾਰੇ ਪਤਾ ਲੱਗ ਜਾਂਦਾ ਹੈ ਕਿ ਮਾਰਕੀਟਿੰਗ ਦੀ ਫਿਰ ਕੋਸਟ ਵੀ ਘਟ ਜਾਂਦੀ ਹੈ, ਕਿ ਇੰਨੀ ਜ਼ਿਆਦਾ ਜਿਹੜੀ ਕੋਸਟ ਹੈ ਉਹ ਨਹੀਂ ਲੋੜ ਪੈਂਦੀ, ਕਿ ਉਹ ਮਾਰਕੀਟਿੰਗ ਆਪਣੀ ਪ੍ਰੋਪਰ ਉਸ ਹਿਸਾਬ ਨਾਲ ਕਰਦੇ ਹੈ ਜਿੰਨੀ ਕੁ ਗਾਹਕ ਨੂੰ ਲੋੜ ਹੈ। ਸਟਰੋਂਗਰ ਕਸਟਮਰ ਲੋਇਲਟੀ, ਜਿਹੜਾ ਜਦੋਂ ਅਸੀਂ ਰਿਲੇਸ਼ਨ ਜਿਹੜੇ ਨੇ ਕਸਟਮਰ ਦੇ ਨਾਲ ਵਧੀਆ ਬਣ ਜਾਂਦੇ ਨੇ, ਤਾਂ ਕਸਟਮਰ ਵੀ ਜਿਹੜਾ ਹੈਗਾ ਫਰਮ ਦੇ ਪ੍ਰਤੀ ਲੋਇਲ ਹੋ ਜਾਂਦਾ ਹੈ, ਕਿ ਉਸ ਨੂੰ ਵੀ ਇੱਕ ਪਤਾ ਲੱਗ ਜੇ ਕਿ ਇੱਕ ਕੰਪੀਟੀਟਿਵ ਵਰਲਡ ਹੈ ਅਤੇ ਮੈਨੂੰ ਇੱਥੋਂ ਚੀਜ਼ ਚੰਗੀ ਮਿਲੇਗੀ, ਜਦੋਂ ਕਿ ਬਹੁਤ ਸਾਰੀ ਚੋਇਸਿਸ ਹੈ। ਪਰ ਜੇਕਰ ਉਸ ਦੇ ਨਾਲ ਇਹੋ ਜਿਹੇ ਰਿਲੇਸ਼ਨ ਆਪਣਾ CRM ਯੂਜ਼ ਕਰਦੇ ਹੋਏ ਬਣ ਜਾਣ ਕਿ ਉਹ ਸਾਡੀ ਫਰਮ ਤੋਂ ਬਾਹਰ ਹੀ ਨਹੀਂ ਜਾਂਦਾ, ਤਾਂ ਫਿਰ ਉਹ ਜਿਹੜਾ ਹੈਗਾ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਸਟਮਰ ਦੀ ਲਾਇਲਟੀ ਜਿਹੜੀ ਹੈ ਫਰਮ ਪ੍ਰਤੀ ਵਧੀਆ ਹੋ ਗਈ, ਸਟਰੋਂਗ ਹੋ ਗਈ। ਬੈਟਰ ਕਸਟਮਰ ਰਿਲੇਸ਼ਨ, ਇਹ ਜੇਕਰ ਇੱਕ ਨਵਾਂ ਕਸਟਮਰ ਬਣਾਉਣ ਦੇ ਲਈ ਜਿੰਨੇ ਐਫਰਟ ਕਰਨੇ ਪੈਂਦੇ ਨੇ, ਉਹਦੇ ਨਾਲੋਂ ਇੱਕ ਪੁਰਾਣਾ ਕਸਟਮਰ ਨੂੰ ਰਿਟੇਨ ਕਰਨਾ ਵੀ ਜ਼ਰੂਰੀ ਹੁੰਦਾ, ਕਿ ਜੇਕਰ ਕਸਟਮਰ ਇੱਕ ਜਿਹੜਾ ਸਾਡਾ ਐਗਜ਼ਿਸਟਿੰਗ ਹੈ ਉਹਨੂੰ ਰਿਟੇਨ ਕਰਨਾ ਵੀ ਇੱਕ ਵਧੀਆ ਜਿਹੜਾ ਸਾਡਾ ਇੱਕ ਪ੍ਰੋਫਿਟੇਬਲ ਕੰਮ ਹੈ। ਸੋ ਨਵਾਂ ਵੀ ਬਣਾਉਣਾ ਜ਼ਰੂਰੀ ਹੈ ਅਤੇ ਪੁਰਾਣੇ ਨੂੰ ਰੱਖਣਾ ਵੀ ਜ਼ਰੂਰੀ ਹੈ। ਜੇ ਕਸਟਮਰ ਰਿਲੇਸ਼ਨ ਵਧੀਆ ਹੋਣਗੇ ਤਾਂ ਉਹ ਜੇਕਰ ਸਾਡੇ ਕੋਲ ਹੀ ਚੀਜ਼ ਲੈਂਦਾ ਰਹੇਗਾ ਤਾਂ ਇਹ ਵੀ ਇੱਕ ਸਾਡੇ ਕੰਪਨੀ ਦੇ ਲਈ ਬਹੁਤ ਵਧੀਆ ਗੱਲ ਹੁੰਦੀ ਹੈ। ਗਰੋਥ ਫॉर ਕੰਪਨੀਜ਼, ਜਿਵੇਂ ਹੁਣ ਕਸਟਮਰ ਦਾ ਟੇਸਟ ਬਦਲੇਗਾ, ਉਹਦਾ ਬਜਟ ਵਧੇਗਾ, ਤਾਂ ਕੰਪਨੀ ਨੂੰ ਵੀ ਗਰੋਥ ਕਰਨੀ ਪਏਗੀ, ਉਹਨੂੰ ਵੀ ਪ੍ਰੋਡਕਟ ਉਸ ਟਾਈਪ ਦੇ ਬਣਾਉਣੇ ਪੈਣਗੇ ਕਿ ਉਹ ਜਿਹੜਾ ਹੈ ਅਸੀਂ ਉਸ ਦੇ ਵਿੱਚ ਜਿਹੜਾ ਹੈ ਕਸਟਮਰ ਦੇ ਅਕੋਰਡਿੰਗ ਹੋਰ ਪ੍ਰੋਡਕਟ ਬਣਾਈਏ, ਤਾਂ ਕਿ ਕਸਟਮਰ ਜਿਹੜਾ ਸਾਡੀ ਕੰਪਨੀ ਤੋਂ ਚੀਜ਼ਾਂ ਲਵੇ। ਇਸ ਤੋਂ ਇਲਾਵਾ ਹੋਰ ਰਿਲੇਸ਼ਨਸ਼ਿਪ ਇਸ ਤਰ੍ਹਾਂ ਵੀ ਬਣ ਜਾਂਦੇ ਨੇ, ਉਹਨਾਂ ਦੇ ਬਰਥਡੇ ਐਨਵਰਸਰੀ ਨੋਟ ਕੀਤੀ, ਉਹਨਾਂ ਨੂੰ ਵਿਸ਼ ਕਰਤਾ ਫੋਨ ਰਾਹੀਂ, ਮੇਲ ਰਾਹੀਂ, ਮੈਸੇਜ ਰਾਹੀਂ, ਜਾਂ ਕਦੀ ਕਦੀ ਉਹਨਾਂ ਨੂੰ ਗੈਟ ਟੂਗੈਦਰ 'ਤੇ ਇਨਵਾਈਟ ਕਰ ਲਿਆ ਅਤੇ ਨਾਲ ਆਪਣੀਆਂ ਚੀਜ਼ਾਂ ਵਿਖਾਤੀਆਂ, ਤਾਂ ਇਹ ਵੀ ਇੱਕ ਜਿਹੜਾ ਹੈਗਾ ਨਾਲੇ ਰਿਲੇਸ਼ਨ ਵਧੀਆ ਹੁੰਦੇ ਨੇ, ਨਾਲੇ ਆਪਣੀ ਕੰਪਨੀ ਦੀ ਐਡਵਰਟਾਈਜ਼ਮੈਂਟ ਹੋ ਜਾਂਦੀ ਹੈ। ਇੰਪਰੂਵਡ ਕਸਟਮਰ ਸੈਟਿਸਫੈਕਸ਼ਨ, ਜੇਕਰ CRM ਨਾਲ ਜਿਹੜਾ ਹੈਗਾ ਕਸਟਮਰ ਦੀ ਜਿਹੜੀ ਹੈਗੀ ਹੈ ਸੈਟਿਸਫੈਕਸ਼ਨ ਵੀ ਵਧੀਆ ਹੁੰਦੀ ਹੈ, ਕਿਉਂਕਿ ਜੇਕਰ ਕਸਟਮਰ ਸੈਟਿਸਫਾਈ ਹੋਊਗਾ ਹੋਰਾਂ ਨੂੰ ਦੱਸੇਗਾ ਅਤੇ ਕੰਪਨੀ ਨੂੰ ਫਾਇਦਾ ਦੇਵੇਗਾ। ਜੇ ਕਸਟਮਰ ਸੈਟਿਸਫਾਈ ਨਹੀਂ ਹੈਗਾ, ਉਹ ਹੋਰਾਂ ਨੂੰ ਨੈਗੇਟਿਵ ਫੀਡਬੈਕ ਦੇਵੇਗਾ, ਤਾਂ ਉਹਦਾ ਕੰਪਨੀ ਨੂੰ ਨੁਕਸਾਨ ਹੁੰਦਾ। ਸੋ CRM ਦੀ ਬਹੁਤ ਜ਼ਰੂਰਤ ਹੈ ਹਰੇਕ ਬਿਜ਼ਨਸ ਦੇ ਲਈ। CRM ਨੂੰ ਇੰਪਲੀਮੈਂਟ ਕਰਨ ਦੇ ਟਾਈਮ ਜਿਹੜੇ ਜਿਹੜੇ ਫੈਕਟਰਸ ਕੰਸੀਡਰ ਕਰਨੇ ਚਾਹੀਦੇ ਨੇ ਉਹ ਇਸ ਤਰ੍ਹਾਂ ਨੇ। ਈਜ਼ੀ ਇੰਟਰੈਕਸ਼ਨ ਬਿਟਵੀਨ ਕਸਟਮਰ ਐਂਡ ਕੰਪਨੀ, ਕਿ ਕੰਪਨੀ ਅਤੇ ਕਸਟਮਰ ਦੇ ਵਿਚਾਲੇ ਇੰਟਰੈਕਸ਼ਨ ਈਜ਼ੀ ਹੋਣੀ ਚਾਹੀਦੀ ਹੈ, ਕਸਟਮਰ ਨੂੰ ਕਦੀ ਵੀ ਔਖਾ ਨਾ ਲੱਗੇ, ਜੇ ਕੰਪਨੀ ਨਾਲ ਉਹਨੇ ਗੱਲ ਕਰਨੀ ਹੈ ਤਾਂ ਆਰਾਮ ਨਾਲ ਕਰ ਸਕੇ। ਈਜ਼ੀ ਐਕਸੈਸ ਟੂ ਇਨਫੋਰਮੇਸ਼ਨ ਅਬਾਊਟ ਕੰਪਨੀ, ਕੰਪਨੀ ਦੀ ਐਕਸੈਸ ਵੀ ਕਿਸੇ ਵੈਬਸਾਈਟ 'ਤੇ, ਕਿਸੇ ਲਿੰਕ 'ਤੇ ਜਾਂ ਫੋਨ 'ਤੇ ਜਾਂ ਮੈਸੇਜ ਵਿੱਚ ਜਿਹੜਾ ਐਕਸੈਸ ਜਿਹੜੀ ਹੈ ਈਜ਼ੀ ਹੋਣੀ ਚਾਹੀਦੀ ਹੈ, ਕਸਟਮਰ ਜਦੋਂ ਮਰਜ਼ੀ ਕੰਪਨੀ ਬਾਰੇ ਪੂਰੀ ਇਨਫੋਰਮੇਸ਼ਨ ਲੈ ਸਕੇ। ਅਬੰਡੈਂਟ ਸਪਲਾਈ ਆਫ ਕਸਟਮਰ ਇਨਫੋਰਮੇਸ਼ਨ ਫਰੋਮ ਡਿਫਰੈਂਟ ਚੈਨਲਸ, ਜਿਹੜੇ ਵੀ ਅਲੱਗ-ਅਲੱਗ ਚੈਨਲਸ ਹੈ ਜਿੱਥੋਂ ਕਸਟਮਰ ਬਾਰੇ ਇਨਫੋਰਮੇਸ਼ਨ ਮਿਲਦੀ ਹੈ, ਤਾਂ ਉਹਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਕੇ ਰੱਖਿਆ ਹੋਣਾ ਚਾਹੀਦਾ ਹੈ, ਤਾਂ ਜਿਹੜਾ ਹੈ CRM ਵਧੀਆ ਤਰੀਕੇ ਨਾਲ ਇੰਪਲੀਮੈਂਟ ਹੁੰਦੀ ਹੈ। ਗਰੋ ਵਿਦ ਕਸਟਮਰ, ਕਸਟਮਰ ਦੀ ਡਿਮਾਂਡ ਦੇ ਨਾਲ ਨਾਲ ਜੇ ਕੰਪਨੀ ਨੂੰ ਵੀ ਗਰੋ ਕਰਨਾ ਚਾਹੀਦਾ ਹੈ, ਅਤੇ ਇਹ ਵੀ CRM ਇੰਪਲੀਮੈਂਟ ਕਰਨ ਵੇਲੇ ਵੀ ਜੋ ਹੈ ਕੰਪਨੀ ਜਿਹੜਾ ਹੈ
ਆਪਣਾ ਕਸਟਮਰ ਦੀ ਡਿਮਾਂਡ ਦੇ ਨਾਲ ਕਸਟਮਰ ਨਾਲ ਗੱਲਬਾਤ ਦੇ ਨਾਲ ਉਹ ਵੀ ਅਸੀਂ ਵੀ ਵਧੀਆ ਗੱਲਬਾਤ ਕਰਨੀ ਚਾਹੀਦੀ ਹੈ। ਕੋਆਰਡੀਨੇਟ ਰਿਲੇਸ਼ਨ ਵਿਦ ਕੰਪਨੀਜ਼ ਹੈਵਿੰਗ ਸਿਮਿਲਰ ਟਾਰਗੇਟ ਕਸਟਮਰ। ਹੁਣ ਜੇਕਰ ਇੱਕੋ ਜਿਹੀਆਂ ਕੰਪਨੀਜ਼ ਹੈ ਜਾਂ ਅਲੱਗ-ਅਲੱਗ ਕੰਪਨੀਜ਼ ਹੈਗੀਆਂ ਜਿਨ੍ਹਾਂ ਦਾ ਗਾਹਕ ਜਿਹੜਾ ਇੱਕੋ ਹੀ ਹੈ, ਮਤਲਬ ਕਿ ਸੇਮ ਟਾਈਪ ਦਾ ਕਸਟਮਰ ਹੈ, ਤਾਂ ਉਹਨਾਂ ਕੰਪਨੀ ਦੇ ਵਿੱਚ ਆਪਸ ਦੇ ਵਿੱਚ ਵੀ ਇੱਕ ਵਧੀਆ ਰਿਲੇਸ਼ਨ ਜੇਕਰ ਹੋਏਗਾ ਤਾਂ CRM ਜਿਹੜੀ ਹੈ ਉਹ ਆਪਸ ਦੇ ਵਿੱਚ ਵਧੀਆ ਹੋ ਸਕਦੀ ਹੈ। ਐਡਵਾਂਟੇਜਸ ਆਫ CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ। ਜੋ ਮਾਰਕੀਟਿੰਗ ਐਂਡ ਸੇਲ ਪ੍ਰੋਸੈਸ ਹੈ ਕਾਫੀ ਸਿੰਪਲੀਫਾਈ ਹੋ ਜਾਂਦੀ ਹੈ ਕਿ ਜਦੋਂ ਸਾਡੇ ਕੋਲੇ ਕਸਟਮਰ ਦਾ ਟੇਸਟ ਪਤਾ ਲੱਗ ਗਿਆ, ਉਹਦਾ ਟਾਰਗੇਟ ਅਸੀਂ ਬੜੇ ਆਰਾਮ ਨਾਲ ਉਹਨੂੰ ਕਰ ਸਕਦੇ ਹਾਂ, ਆਪਣੀ ਚੀਜ਼ ਜਿਹੜੀ ਬੜੇ ਆਰਾਮ ਨਾਲ ਵੇਚ ਸਕਦੇ ਹਾਂ। ਮੇਕ ਕਾਲ ਸੈਂਟਰਸ ਮੋਰ ਐਫੀਸ਼ੀਐਂਟ। ਸਾਡੇ ਜਿਹੜੇ ਕਾਲ ਸੈਂਟਰ ਹੈ ਬਹੁਤ ਐਫੀਸ਼ੀਐਂਟ ਹੋ ਜਾਂਦੇ ਆ ਜੇਕਰ ਅਸੀਂ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਟੈਕਨੀਕ ਯੂਜ਼ ਕਰਦੇ ਹਾਂ। ਕਾਲ ਸੈਂਟਰ ਵੀ ਬਹੁਤ ਇਫੈਕਟਿਵ, ਬਹੁਤ ਐਫੀਸ਼ੀਐਂਟ ਹੋ ਜਾਂਦੇ ਨੇ। ਪ੍ਰੋਵਾਈਡ ਬੈਟਰ ਕਸਟਮਰ ਸਰਵਿਸ। ਜਿਹੜੀ ਕਸਟਮਰ ਸਰਵਿਸ ਹੈ ਉਹ ਸਾਡੀ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਅਸੀਂ CRM ਯੂਜ਼ ਕਰਦੇ ਹਾਂ। ਡਿਸਕਵਰ ਨਿਊ ਕਸਟਮਰਸ ਐਂਡ ਇਨਕਰੀਜ਼ ਕਸਟਮਰ ਰੈਵਨਿਊ। ਅਸੀਂ ਨਵੇਂ ਕਸਟਮਰ ਜਿਹੜੇ ਬੜੇ ਆਰਾਮ ਨਾਲ ਡਿਸਕਵਰ ਕਰ ਲੈਂਦੇ ਹਾਂ ਅਤੇ ਕਸਟਮਰ ਦੇ ਜਿਹੜਾ ਰੈਵਨਿਊ ਹੈ ਸਾਡਾ ਉਹ ਵੀ ਵੱਧ ਜਾਂਦਾ। ਕ੍ਰੋਸ ਸੈਲ ਪ੍ਰੋਡਕਟਸ ਮੋਰ ਇਫੈਕਟਿਵਲੀ। ਜਿਹੜੇ ਕੋਈ ਪ੍ਰੋਡਕਟਸ ਹੈ ਕ੍ਰੋਸ ਸੈਲਿੰਗ ਹੈ ਉਹ ਵੀ ਬਹੁਤ ਇਫੈਕਟਿਵ ਤਰੀਕੇ ਦੇ ਨਾਲ CRM ਦੇ ਰਾਹੀਂ ਹੋਣ ਲੱਗ ਜਾਂਦੀ ਹੈ। CRM ਦੇ ਜੋ ਬੇਸਿਕ ਸਟੈਪਸ ਨੇ, ਅਟਰੈਕਟਿੰਗ ਪ੍ਰੈਜੈਂਟ ਐਂਡ ਨਿਊ ਕਸਟਮਰਸ। ਪ੍ਰੈਜੈਂਟ ਕਸਟਮਰ ਨੂੰ ਵੀ ਅਟਰੈਕਟ ਕਰਕੇ ਰੱਖਣਾ ਅਤੇ ਨਵਿਆਂ ਨੂੰ ਵੀ ਅਟਰੈਕਟ ਕਰਨਾ ਕਿ ਉਹ ਸਾਡੇ ਜਿਹੜੀ ਕੰਪਨੀ ਹੈ ਉਸ ਨੂੰ ਜਿਹੜਾ ਹੈਗਾ ਉਹ ਸਾਡੀਆਂ ਚੀਜ਼ਾਂ ਨੂੰ ਯੂਜ਼ ਕਰਨ। ਅਕਵਾਇਰਿੰਗ ਨਿਊ ਕਸਟਮਰਸ, ਮਤਲਬ ਨਵੇਂ ਕਸਟਮਰਸ ਨੂੰ ਅਕਵਾਇਰ ਵੀ ਕਰਨਾ, ਉਹਨਾਂ ਨੂੰ ਸਮਾਨ ਵੀ ਵੇਚਣਾ। ਸਰਵਿੰਗ ਦਾ ਕਸਟਮਰਸ, ਰਿਟੇਨਿੰਗ ਦਾ ਕਸਟਮਰ ਇਹ ਵੀ ਨਹੀਂ ਇੱਕ ਵਾਰੀ ਸਮਾਨ ਦੇਤਾ ਅਤੇ ਬਸ ਠੀਕ ਹੈ ਖ਼ਤਮ, ਉਹਨਾਂ ਨੂੰ ਰਿਟੇਨ ਵੀ ਕਰਕੇ ਰੱਖਣਾ ਕਿ ਦੁਬਾਰਾ ਫਿਰ ਉਹ ਸਾਡੇ ਕੋਲ ਹੀ ਸਮਾਨ ਲੈਣ ਆਉਣ। ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਜੋ 3 ਟਾਈਪਸ ਹੈ ਆਪਸ ਦੇ ਵਿੱਚ ਜੁੜੀਆਂ ਹੋਈਆਂ। ਪਹਿਲੀ ਆਪਰੇਸ਼ਨਲ CRM, ਦੈਨ ਐਨਾਲਿਟੀਕਲ CRM, ਉਸ ਤੋਂ ਬਾਅਦ ਹੈ ਕੋਲੈਬੋਰੇਟਿਵ CRM। ਤਿੰਨਾਂ ਨੂੰ ਆਪਾਂ ਅਲੱਗ-ਅਲੱਗ ਹੁਣ ਡਿਸਕਸ ਕਰਦੇ ਹਾਂ। ਆਪਰੇਸ਼ਨਲ CRM ਹੈ ਜੋ ਫਰੰਟ ਆਫਿਸ ਬਿਜ਼ਨਸ ਹੈ, ਜਿਵੇਂ ਰਿਸੈਪਸ਼ਨ ਹੈ, ਕਿਸੇ ਕਾਊਂਟਰ ਹੈ ਜਾਂ ਜਿਹੜਾ ਵੀ ਕਸਟਮਰ ਕਾਊਂਟਰ ਹੈ ਉੱਥੇ ਜੋ ਕੰਮ ਹੋਣਾ ਹੈ ਦੈਟ ਇਜ਼ ਆਪਰੇਸ਼ਨਲ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਕਿਉਂਕਿ ਸਿੱਧੀ ਕਸਟਮਰ ਨਾਲ ਉੱਥੇ ਡੀਲਿੰਗ ਹੈ ਤਾਂ ਉੱਥੇ ਜੋ ਰਿਲੇਸ਼ਨਸ਼ਿਪ ਬਣ ਰਹੇ ਨੇ ਉਹੀ ਜਿਹੜੇ ਨੇ ਆਪਰੇਸ਼ਨ, ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ CRM ਇਨ ਆਪਰੇਸ਼ਨ ਹੈ ਕਿ ਹੁਣ ਜਿਹੜਾ ਐਕਚੁਅਲ CRM ਉੱਥੇ ਹੋ ਰਹੀ ਹੈ। ਇਟ ਅਨੇਬਲਸ ਇਫੈਕਟਿਵ ਇੰਟਰੈਕਸ਼ਨ ਵਿਦ ਕਸਟਮਰਸ। ਜੋ ਇੰਟਰੈਕਸ਼ਨ ਹੁੰਦੀ ਹੈ ਇਫੈਕਟਿਵ ਹੁੰਦੀ ਇੱਥੇ। ਪ੍ਰੋਵਾਈਡ ਕੌਨਸਟੈਂਟ ਇੰਟਰਫੇਸ ਟੂ ਕਸਟਮਰ, ਪ੍ਰੋਵਾਈਡ ਕੰਸਿਸਟੈਂਟ ਇੰਟਰਫੇਸ ਟੂ ਕਸਟਮਰ। ਜੋ ਕਸਟਮਰ ਜਿਹੜੇ ਆਏ ਉਹਨਾਂ ਨਾਲ ਕੰਸਿਸਟੈਂਟ ਜਿਹੜਾ ਸਾਡਾ ਇੰਟਰਫੇਸ, ਮਤਲਬ ਇੱਕ ਦੂਸਰੇ ਨਾਲ ਗੱਲਬਾਤ ਜਿਹੜੀ ਹੈ ਉਹ ਲਗਾਤਾਰ ਅਤੇ ਵਧੀਆ ਤਰੀਕੇ ਨਾਲ ਇੱਥੇ ਹੋ ਰਹੀ ਹੁੰਦੀ ਹੈ। ਟਾਸਕ ਰਿਜ਼ਲਟਿੰਗ ਫਰੋਮ ਸੱਚ ਪ੍ਰੋਸੈਸਿਸ ਆਰ ਫਾਰਵਰਡਡ ਟੂ ਇੰਪਲਾਈਜ਼ ਰਿਸਪੋਂਸੀਬਲ ਫॉर ਦੈਮ। ਹੁਣ ਜਦੋਂ ਆਪਰੇਸ਼ਨਲ CRM ਤੋਂ ਜੋ ਟਾਸਕ ਮਿਲਿਆ, ਮੰਨ ਲਓ ਕਿਸੇ ਦੀ ਕੋਈ ਕੰਪਲੇਂਟ ਆਈ ਜਾਂ ਕਿਤੇ ਕਰਕੇ ਕੋਈ ਪ੍ਰੋਬਲਮ ਆਈ, ਜਿੱਥੇ ਕੋਈ ਇੰਪਰੂਵਮੈਂਟ ਚਾਹੀਦੀ ਹੈ ਉੱਥੋਂ ਸਿੱਧੀ ਇਹ ਉਸ ਇੰਪਲਾਈ ਨੂੰ ਫਾਰਵਰਡ ਕਰ ਦਿੱਤੀ ਜਾਂਦੀ ਹੈ, ਜਿਹਦੇ ਕਰਕੇ ਇਹ ਕੰਮ ਜਿੱਥੋਂ ਇਹ ਕੰਮ ਹੋਣਾ ਜਿਹੜਾ ਉਸ ਚੀਜ਼ ਲਈ ਰਿਸਪੋਂਸੀਬਲ ਹੈ, ਉਸ ਕੰਮ ਦੇ ਲਈ, ਉਸ ਟਾਸਕ ਦੇ ਲਈ। ਤਾਂ ਇਹ ਜੋ ਹੈ ਜਲਦੀ, ਮਤਲਬ ਕਿ ਇੱਥੋਂ ਜੋ ਹੈ ਜਦੋਂ ਕੋਈ ਵੀ ਪ੍ਰੋਬਲਮ ਹੈ ਜਲਦੀ ਫਾਰਵਰਡ ਹੋ ਜਾਂਦੀ ਹੈ ਜਿੱਥੇ ਡੀਲ ਹੋਣੀ ਹੈ, ਤਾਂ ਕਸਟਮਰ ਦਾ ਵਧੀਆ ਰਿਲੇਸ਼ਨ ਕੰਪਨੀ ਦੇ ਨਾਲ ਬਣ ਜਾਂਦਾ ਜੇਕਰ ਉਹ ਪ੍ਰੋਪਰਲੀ ਹੈਂਡਲ ਹੋ ਜਾਏ। ਇਸ ਤੋਂ ਅੱਗੇ ਆ ਜਾਂਦੀ ਐਨਾਲਿਟੀਕਲ CRM। ਇਹਦਾ ਮਤਲਬ ਕਿ ਐਨਾਲਿਸਿਸ ਕਰਦੇ ਹਾਂ, ਜੋ ਅਸੀਂ ਆਪਰੇਸ਼ਨਲ CRM 'ਚ ਜੋ ਡਾਟਾ ਇਕੱਠਾ ਕੀਤਾ ਉਸ ਨੂੰ ਐਨਾਲਿਸਿਸ ਕਰਦੇ ਹਾਂ। ਉਹਦਾ ਡਾਟਾ ਕਲੈਕਟਡ ਇਨ ਆਪਰੇਸ਼ਨਲ CRM ਇਜ਼ ਐਨਾਲਾਈਜ਼ ਟੂ ਸੈਗਮੈਂਟ ਦਾ ਕਸਟਮਰ ਦੀਆਂ ਅਲੱਗ-ਅਲੱਗ ਸੈਗਮੈਂਟ ਬਣਾ ਲੈਂਦੇ ਹਾਂ, ਉਹਨਾਂ ਦੀ ਨੀਡ ਦੇ ਅਕੋਰਡਿੰਗ, ਉਹਨਾਂ ਦੇ ਬਜਟ ਦੇ ਅਕੋਰਡਿੰਗ, ਉਹਨਾਂ ਦੇ ਸਟੇਟਸ ਦੇ ਅਕੋਰਡਿੰਗ, ਤਾਂ ਕਿ ਫਿਰ ਉਹਨਾਂ ਨੂੰ ਉਹਨਾਂ ਚੀਜ਼ਾਂ ਲਈ ਟਾਰਗੇਟ ਕੀਤਾ ਜਾਵੇ। ਇੱਕ ਐਨਾਲਿਸਿਸ ਕਰਕੇ ਫਿਰ ਅੱਗੇ ਫਰਦਰ ਫਿਰ ਉਸ ਨੂੰ ਹੁਣ ਇਹਨਾਂ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਰੱਖਣਾ, ਕਿਵੇਂ ਰੱਖਣਾ, ਕਿਸ ਤਰੀਕੇ ਨਾਲ ਰੱਖਣਾ, ਉਹ ਇੱਥੇ ਐਨਾਲਿਸਿਸ ਕੀਤਾ ਜਾਂਦਾ ਐਨਾਲਿਟੀਕਲ CRM। ਪੈਟਰਨ ਡਿਸਕਵਰੀ ਕੰਪੋਨੈਂਟ ਜਿਹੜਾ ਹੈਗਾ ਸਾਡਾ, ਇੱਥੇ ਅਸੀਂ ਪੈਟਰਨ ਨੂੰ ਵੀ ਡਿਸਕਵਰ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਕਸਟਮਰ ਦੇ ਨਾਲ ਰਿਲੇਸ਼ਨਸ਼ਿਪ ਜਿਹੜਾ ਹੈਗਾ ਅੱਗੇ ਵਧਾਉਣਾ। ਪ੍ਰੋਡਕਟ ਐਂਡ ਕਸਟਮਰ ਐਨਾਲਿਸਿਸ ਕੰਪੋਨੈਂਟ, ਕਿ ਜਿਹੜੀ ਸਾਡੀ ਪ੍ਰੋਡਕਟ ਹੈ ਉਹ
ਤੇ ਕਸਟਮਰ ਹੈ ਉਹਨਾਂ ਦਾ ਐਨਾਲਿਸਿਸ ਕਰਨਾ ਹੈ ਕਿ ਕਿਹੜੀ ਪ੍ਰੋਡਕਟ ਕਿਹੜੇ ਕਸਟਮਰ ਲਈ ਵਧੀਆ ਰਹੇਗੀ, ਉਸ ਕਸਟਮਰ ਨੂੰ ਕਿਵੇਂ ਟਾਰਗੇਟ ਕਰਨਾ, ਉਸ ਦਾ ਐਨਾਲਿਸਿਸ ਕਰਨਾ। ਮਲਟੀਚਿਊਡ ਕੰਪੋਨੈਂਟ ਮਤਲਬ ਮਲਟੀਚਿਊਡ ਵੀ ਇੱਥੇ ਜੋ ਹੈ ਟਾਰਗੇਟ ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਉਸ ਨੂੰ ਐਨਾਲਿਸਿਸ ਕਰਦੇ ਆ, ਉਹ ਵੀ ਇੱਥੇ ਐਨਾਲਿਟੀਕਲ CRM ਦੇ ਅੰਡਰ ਆਉਂਦਾ ਹੈ। ਸੋਰਟਿੰਗ ਐਂਡ ਕਸਟਮਰ ਫ੍ਰੈਕਸ਼ਨੇਸ਼ਨ ਕੰਪੋਨੈਂਟ, ਅਗਲਾ ਕੰਪੋਨੈਂਟ ਇਸ ਦਾ ਐਨਾਲਿਟੀਕਲ CRM ਦਾ ਕਿ ਕਸਟਮਰ ਨੂੰ ਸੌਰਟ ਕਰਨਾ, ਅਲੱਗ-ਅਲੱਗ ਕਰਨਾ, ਫ੍ਰੈਕਸ਼ਨੇਸ਼ਨ ਕਰਨਾ, ਉਹਨਾਂ ਨੂੰ ਹੋਰ ਛੋਟੀਆਂ ਚੀਜ਼ਾਂ ਦੇ ਵਿੱਚ ਵੰਡਣਾ, ਫ੍ਰੈਕਸ਼ਨਾਈਜੇਸ਼ਨ ਜਾਂ ਫ੍ਰੈਕਸ਼ਨੇਸ਼ਨ ਕਰਨਾ, ਤਾਂ ਕਿ ਪਰਟੀਕੂਲਰ ਮਤਲਬ ਕਿ ਉਸੇ ਪ੍ਰੋਡਕਟ ਲਈ ਉਹਨੂੰ ਟਾਰਗੇਟ ਸਹੀ ਤਰੀਕੇ ਨਾਲ ਕਰੀਏ ਕਿ ਸਾਡਾ ਜਿਹੜਾ ਪ੍ਰੋਡਕਟ ਹੈ ਬੜੇ ਆਰਾਮ ਨਾਲ ਕਸਟਮਰ ਜਿਹੜਾ ਉਹਨੂੰ ਐਕਸੈਪਟ ਕਰੇ, ਬੜੀ ਖੁਸ਼ੀ ਉਹਨੂੰ ਖਰੀਦੇ। ਕਸਟਮਰ ਵੈਲਿਊ ਇਵੈਲੂਏਸ਼ਨ ਕੰਪੋਨੈਂਟ, ਇਹ ਵੀ ਇੱਥੇ ਐਨਾਲਿਸਿਸ ਕਰਦੇ ਹਾਂ ਕਿ ਜੋ ਕਸਟਮਰ ਦੀ ਕਿੰਨੀ ਵੈਲਿਊ ਹੈ ਸਾਡੇ ਕੋਲੇ, ਉਹਨੂੰ ਅਸੀਂ ਕਿੰਨਾ ਉਹਨੂੰ ਜਿਹੜਾ ਹੈਗਾ ਉਹਦੀ ਗੱਲ ਨੂੰ ਵਜਨ ਦੇਣਾ, ਕਿੰਨੇ ਉਸ ਦੇ ਨਾਲ ਕਿਸ ਤਰ੍ਹਾਂ ਦੀ ਡੀਲਿੰਗ ਰੱਖਣੀ ਹੈ, ਉਹਦੀ ਵੀ ਇਵੈਲੂਏਸ਼ਨ ਹੈ, ਉਹ ਐਨਾਲਿਟੀਕਲ ਉਸ ਦਾ ਐਨਾਲਿਸਿਸ ਕੀਤਾ ਜਾਂਦਾ ਐਨਾਲਿਟੀਕਲ CRM ਦੇ ਵਿੱਚ। ਕੋਲੈਬੋਰੇਟਿਵ CRM, ਜਿੱਥੇ ਹੁਣ ਸਾਰਾ ਕੁਝ ਕੋਲੈਬੋਰੇਟ ਇਕੱਠਾ ਕੀਤਾ ਜਾਵੇ, ਮਤਲਬ ਸ਼ੇਅਰਿੰਗ ਆਫ ਕਸਟਮਰ ਇਨਫੋਰਮੇਸ਼ਨ available with various departments like sales, technical support and marketing, then synchronize and manage efficient productive interaction with customers। ਜੋ ਡਾਟਾ ਹੈਗਾ ਕਸਟਮਰ ਦੇ ਬਾਰੇ ਵਿੱਚ, ਜੋ ਇਨਫੋਰਮੇਸ਼ਨ ਹੈ, ਅਲੱਗ-ਅਲੱਗ ਡਿਪਾਰਟਮੈਂਟ, ਸੇਲ ਵਾਲਿਆਂ ਕੋਲੇ ਅਲੱਗ ਇਨਫੋਰਮੇਸ਼ਨ ਹੈ, ਟੈਕਨੀਕਲ ਸਪੋਰਟ ਵਾਲਿਆਂ ਕੋਲੇ ਅਲੱਗ ਹੈ, ਮਾਰਕੀਟਿੰਗ ਵਾਲਿਆਂ ਕੋਲ ਅਲੱਗ ਹੈ, ਉਹ ਸਾਰਾ ਡਾਟੇ ਨੂੰ ਸ਼ੇਅਰ ਕਰਨਾ, ਸਿੰਕਰੋਨਾਈਜ਼ ਕਰਨਾ ਤੇ ਉਹਨੂੰ ਮੈਨੇਜ ਕਰਨਾ ਕਿ ਉਸ ਦੀ ਜਿਹੜੀ ਹੈਗੀ ਸਾਡੀ ਜਿਹੜੀ ਇਸ ਤੋਂ ਬਾਅਦ ਹੈ ਐਫੀਸ਼ੀਐਂਟ ਤੇ ਪ੍ਰੋਡਕਟਿਵ ਇੰਟਰੈਕਸ਼ਨ ਇਸ ਤੋਂ ਬਾਅਦ ਹੋਵੇ, ਕਿ ਜਿਸ ਦੇ ਸਮਾਂ ਘੱਟ ਲੱਗੇ ਤੇ ਫਾਇਦਾ ਜ਼ਿਆਦਾ ਹੋਵੇ ਕੰਪਨੀ ਦਾ ਵੀ ਤੇ ਗਾਹਕ ਦਾ ਵੀ, ਕਸਟਮਰ ਦਾ ਵੀ। ਇਹ ਹੈ ਕੋਲੈਬੋਰੇਟਿਵ CRM। ਇਟ ਅਨੇਬਲਸ ਵੈਬ ਕੋਲੈਬੋਰੇਸ਼ਨ ਟੂ ਰਿਡਿਊਸ ਕਸਟਮਰ ਸਰਵਿਸ ਕੋਸਟ। ਵੈਬ ਦੇ ਵਿੱਚ ਵੀ ਜੋ ਹੈ ਜਦੋਂ ਅਸੀਂ ਕੋਲੈਬੋਰੇਸ਼ਨ ਕਰ ਦਿੰਦੇ ਹਾਂ, ਆਨਲਾਈਨ ਅਸੀਂ ਕਾਫੀ ਕੁਝ ਜਦੋਂ ਇਕੱਠਾ ਕਰ ਲੈਂਦੇ ਹਾਂ, ਤਾਂ ਕਸਟਮਰ ਦੀ ਸਰਵਿਸ ਜਿਹੜੀ ਉਹਨੂੰ ਇਕੱਲੇ ਸਵਾਲ ਵਾਰੀ ਪੁੱਛਣ ਦੀ ਬਜਾਏ ਜੇਕਰ ਉਹਨੂੰ ਸਾਰਾ ਡਾਟਾ ਇੱਕ ਜਗ੍ਹਾ ਮਿਲ ਜਾਏ, ਉਹ ਤਾਂ ਉੱਥੋਂ ਸੈਟੀਸਫਾਈ ਹੋ ਜਾਂਦਾ, ਤਾਂ ਉਹ ਫਿਰ ਉਸ ਦੀ ਜਿਹੜੀ ਸਾਡੀ ਕੋਸਟ ਹੈ ਕਸਟਮਰ ਸਰਵਿਸ ਦੀ, ਉਹ ਕਾਫੀ ਘੱਟ ਜਾਂਦੀ ਹੈ। ਇੰਟੀਗ੍ਰੇਟ ਕਾਲ ਸੈਂਟਰਸ ਐਂਡ ਵਿਊ ਆਫ ਕਸਟਮਰਸ, ਜੋ ਕਾਲ ਸੈਂਟਰਸ ਨੇ ਉਹਨਾਂ ਨੂੰ ਇੰਟੀਗ੍ਰੇਟ ਕਰਨਾ ਤੇ ਕਸਟਮਰ ਦੇ ਵਿਊ ਨੂੰ ਇੰਟੀਗ੍ਰੇਟ ਕਰਨਾ, ਇਕੱਠਾ ਕਰਕੇ, ਮਤਲਬ ਕੋਲੈਬੋਰੇਟਿਵ ਮਤਲਬ ਸਾਰਾ ਡਾਟਾ ਇਕੱਠਾ ਕਰਕੇ ਉਸ ਤੋਂ ਬਾਅਦ ਜੋ ਹੈ ਅਸੀਂ ਆਪਣਾ ਜੋ ਇੰਟਰੈਕਸ਼ਨ ਕਰਦੇ ਹਾਂ, ਜੋ ਰਿਲੇਸ਼ਨ ਕਰਦੇ ਹਾਂ, ਉਹ ਬੜਾ ਐਫੀਸ਼ੀਐਂਟ ਹੋ ਜਾਂਦਾ ਤੇ ਪ੍ਰੋਡਕਟਿਵ ਹੋ ਜਾਂਦਾ। ਟਾਈਪਸ ਆਫ ਕਸਟਮਰ ਵੀ ਜਿਹੜੇ ਨੇ ਕਈ ਟਾਈਪਸ ਦੇ ਹੁੰਦੇ ਨੇ। ਇੱਕ ਤਾਂ ਹੋ ਗਏ ਲਾਇਲ ਕਸਟਮਰ, ਜਿਨ੍ਹਾਂ ਨੇ ਤੁਹਾਡੀ ਦੁਕਾਨ 'ਤੇ ਵਾਰੀ ਆਉਂਦੇ ਨੇ ਤੇ ਸਮਾਨ ਲੈ ਕੇ ਜਾਂਦੇ ਨੇ ਤੇ ਸੈਟਿਸਫਾਈ ਵੀ ਹੁੰਦੇ ਨੇ ਜਿਹੜੀ ਦੁਕਾਨ ਤੋਂ, ਤੇ ਉਹ ਫਿਰ ਰੈਗੂਲਰ ਉੱਥੇ ਹੀ ਆਉਂਦੇ ਨੇ। ਪਰ ਇਹ ਥੋੜ੍ਹਾ ਜਿਹਾ ਇਹ ਚਾਹੁੰਦੇ ਨੇ ਕਿ ਸਾਡੇ ਨਾਲ ਜਿਹੜੇ ਕੀ ਹੈ ਇੰਡੀਵਿਜੂਅਲ ਨੂੰ ਅਟੈਂਸ਼ਨ ਦਿੱਤੀ ਜਾਵੇ, ਮਾਲਕ ਜੋ ਹੈ ਉਹਨਾਂ ਨਾਲ ਗੱਲਬਾਤ ਸਹੀ ਕਰੇ ਤੇ ਬੜੇ ਪਿਆਰ ਨਾਲ ਬੋਲੇ, ਰਿਸਪੈਕਟ ਕਰੇ। ਤਾਂ ਇਸ ਤਰ੍ਹਾਂ ਦੇ ਤੇ ਵਾਰ-ਵਾਰ ਵਿਜ਼ਿਟ ਕਰਦੇ ਨੇ। ਇਹ ਜਦੋਂ ਸੈਟਿਸਫਾਈ ਹੋ ਜਾਂਦੇ ਨੇ, ਇਹਨਾਂ ਨੂੰ ਦੁਬਾਰਾ ਬਹੁਤਾ ਕਿਤੇ ਹੋਰ ਨਹੀਂ ਜਾਂਦੇ। ਦੂਸਰੇ ਟਾਈਪ ਦੇ ਇਹਨਾਂ ਨੂੰ ਮਤਲਬ ਕਿ ਜਿਹੜੇ ਲਾਇਲ ਕਸਟਮਰ ਹੈ, ਇਹਨਾਂ ਨੂੰ ਰਿਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਬੜੇ ਆਰਾਮ ਨਾਲ ਰਿਟੇਨ ਹੋ ਜਾਂਦੇ ਨੇ ਤੇ ਬਹੁਤ ਵਧੀਆ ਬਿਜ਼ਨਸ ਹੀ ਦਿੰਦੇ ਨੇ। ਡਿਸਕਾਊਂਟ ਕਸਟਮਰਸ, ਜਿਹੜੇ ਕਸਟਮਰ ਨੇ ਜਿਹੜੇ ਇਹਨਾਂ ਨੇ ਜਿੱਥੇ ਜਿਸ ਚੀਜ਼ 'ਤੇ ਡਿਸਕਾਊਂਟ ਮਿਲਦਾ ਹੋਏਗਾ ਉਹ ਇਹਨਾਂ ਨੇ ਜ਼ਰੂਰ ਖਰੀਦਣੀ ਹੁੰਦੀ ਹੈ। ਪਰ ਜੇਕਰ ਇਹਨਾਂ ਨੂੰ ਇੱਥੇ ਡਿਸਕਾਊਂਟ ਘੱਟ ਮਿਲ ਰਿਹਾ, ਕਿਸੇ ਹੋਰ ਸ਼ੌਪ 'ਤੇ ਡਿਸਕਾਊਂਟ ਜ਼ਿਆਦਾ ਮਿਲ ਰਿਹਾ, ਇਹਨਾਂ ਨੇ ਉੱਥੋਂ ਚੀਜ਼ ਲੈ ਲੈਣੀ ਹੈ। ਇਹ ਜਿਹੜੇ ਨੇ ਇਹਨਾਂ ਦਾ ਜਿਹੜਾ ਫੋਕਸ ਹੀ ਇਸ ਚੀਜ਼ 'ਤੇ ਹੁੰਦਾ ਕਿ ਡਿਸਕਾਊਂਟ ਜਿੱਥੋਂ ਜ਼ਿਆਦਾ ਮਿਲ ਰਿਹਾ, ਮੈਂ ਸਸਤੀ ਚੀਜ਼ ਲੈ ਕੇ ਆਉਣੀ ਹੈ। ਸੋ ਇਹ ਵੀ ਬਹੁਤ ਪ੍ਰਮੋਟ ਕਰਦੇ ਨੇ ਬਿਜ਼ਨਸ ਨੂੰ। ਇਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿ ਟਾਰਗੇਟ ਇਹਨਾਂ ਦਾ ਦੇਖ ਲੈਂਦੇ ਅਸੀਂ ਕਿ ਇਹ ਜਿਹੜੇ ਨੇ ਸਾਨੂੰ ਜਦੋਂ ਕਿਹੜੀ ਚੀਜ਼ 'ਤੇ ਡਿਸਕਾਊਂਟ ਆਫਰ ਕੀਤਾ ਕੰਪਨੀ ਵੱਲੋਂ, ਤਾਂ ਇਹਨਾਂ ਨੂੰ ਕਾਲ ਕਰਕੇ ਜ਼ਰੂਰ ਦੱਸਣਾ ਚਾਹੀਦਾ ਕਿ ਆਹ ਚੀਜ਼ਾਂ ਡਿਸਕਾਊਂਟ ਹੈ, ਤਾਂ ਇਹ ਆਪ ਵੀ ਲੈ ਕੇ ਜਾਂਦੇ ਨੇ, ਹੋਰਾਂ ਨੂੰ ਵੀ ਦੱਸਦੇ ਨੇ। ਇਹ ਵੀ ਬਹੁਤ ਬਿਜ਼ਨਸ ਦਿੰਦੇ ਨੇ। ਇੰਪਲਸਿਵ ਕਸਟਮਰ, ਇਹ ਜਿਹੜੇ ਨੇ ਪ੍ਰੋਡਕਟ ਸਪੈਸੀਫਿਕ ਨਹੀਂ ਹੁੰਦੇ। ਇਹ ਆ ਕੇ ਜਦੋਂ ਦੇਖਦੇ ਨੇ ਕਿ ਇਹਨਾਂ ਕੋਲੇ ਕੋਈ ਪੱਕੀ ਲਿਸਟ ਨਹੀਂ ਹੁੰਦੀ ਕਿ ਆਹ ਚੀਜ਼ ਖਰੀਦਣੀ ਹੈ, ਪਰ ਜਦੋਂ ਆ ਕੇ ਵਾਰੀ ਚੀਜ਼ਾਂ ਨੂੰ ਦੇਖਦੇ ਨੇ ਤੇ ਜੋ ਇਹਨਾਂ ਨੂੰ ਉਸ ਸਮੇਂ ਵਧੀਆ ਲੱਗਦੀ ਹੈ ਉਹ ਲੈ ਲੈਂਦੇ ਨੇ। ਇਹਨਾਂ ਨੂੰ ਸੰਭਾਲਣਾ, ਇਹਨਾਂ ਨੂੰ ਹੈਂਡਲ ਕਰਨਾ ਬਹੁਤ ਚੈਲੰਜ ਵਾਲੀ ਜੋਬ ਹੈ।
ਸਰ ਜੇ ਇਹਨਾਂ ਨੂੰ ਅਕੋਰਡਿੰਗਲੀ ਟਰੀਟ ਕਰ ਲਿਆ ਜਾਵੇ, ਇਹਨਾਂ ਦੇ ਅਕੋਰਡਿੰਗ ਜਿਹੜੇ ਕਿ ਪ੍ਰੋਡਕਟ ਸਪੈਸੀਫਿਕ ਨਹੀਂ ਹੈਗੇ, ਤੇ ਇਹਨਾਂ ਨੂੰ ਤੁਸੀਂ ਆਪਣੀ ਚੀਜ਼ਾਂ ਦਾ ਯੂਜ਼ ਦੱਸ ਕੇ ਤੇ ਇਹਨਾਂ ਦੇ ਮੁਤਾਬਕ ਇਹਨਾਂ ਨੂੰ ਕਨਵਿੰਸ ਕਰ ਲਿਆ ਜਾਏ ਕਿ ਆਹ ਤੁਹਾਡੇ ਮਤਲਬ ਦੀ ਚੀਜ਼ ਹੈ, ਤਾਂ ਇਹ ਕਸਟਮਰ ਵੀ ਬਹੁਤ ਹਾਈ ਪ੍ਰੋਫਿਟ ਦਿੰਦੇ ਨੇ ਤੇ ਬਹੁਤ ਹਾਈ ਪਰਸੈਂਟੇਜ ਆਫ ਸੇਲ ਜਿਹੜੀ ਹੈ ਉਹ ਕਰਵਾ ਦਿੰਦੇ ਨੇ। ਨੀਡ ਬੇਸਡ ਕਸਟਮਰਸ, ਇਹ ਜਦੋਂ ਉਹਨਾਂ ਨੂੰ ਸਪੈਸੀਫਿਕ ਨੀਡ ਹੋਏਗੀ ਜਿਹੜੀ ਚੀਜ਼ ਦੀ, ਇਹ ਉਹੀ ਲੈਣੀ ਹੁੰਦੀ ਇਹਨਾਂ ਨੇ ਕੋਈ ਅਲੱਗ ਤਰ੍ਹਾਂ ਨਹੀਂ ਹੋਣਾ ਹੁੰਦਾ ਕਿ ਵੀ ਆਹ ਚੀਜ਼ ਨਹੀਂ ਹੈਗੀ ਤਾਂ ਉਹ ਕਿਸੇ ਹੋਰ ਦੁਕਾਨ 'ਤੇ ਚਲੇ ਜਾਣਗੇ। ਇਹਨਾਂ ਨੇ ਉਹੀ ਸੋਚਣਾ ਕਿ ਜੋ ਅਸੀਂ ਲੈਣ ਆਏ ਹਾਂ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ, ਇਹੋ ਜਿਹਾ ਨੂੰ ਸੈਟਿਸਫਾਈ ਕਰਨਾ ਵੀ ਬਹੁਤ ਡਿਫੀਕਲਟ ਹੁੰਦਾ। ਪਰ ਜੇਕਰ ਇਹਨਾਂ ਨੂੰ ਸੈਟਿਸਫਾਈ ਕਰ ਲਿਆ ਜਾਵੇ ਤਾਂ ਵੀ ਆਹ ਚੀਜ਼ ਆਹ ਬ੍ਰਾਂਡ ਨਹੀਂ ਹੈਗੀ, ਆ ਉਸ ਤੋਂ ਵਧੀਆ ਹੈ ਜਾਂ ਉਸ ਦੇ ਮੁਤਾਬਕ ਵੀ ਹੈ, ਤਾਂ ਇਹਨਾਂ ਨੂੰ ਜਿਹੜਾ ਹੈਗਾ ਮੁਸ਼ਕਲ ਬਹੁਤ ਹੁੰਦਾ। ਪਰ ਇੱਕ ਵਾਰੀ ਜੇਕਰ ਇਹ ਸ਼ੁਰੂ ਹੋ ਜਾਣ ਤਾਂ ਇਹ ਵੀ ਜਿਹੜੇ ਨੇ ਬੜਾ ਜਿਹੜਾ ਸਾਨੂੰ ਪੋਜ਼ਿਟਿਵ ਬਿਜ਼ਨਸ ਦਿੰਦੇ ਨੇ। ਵਾਂਡਰਿੰਗ ਕਸਟਮਰਸ, ਇਹ ਜਿਹੜੇ ਘੁੰਮਣ ਫਿਰਨ ਵਾਲੇ ਕਸਟਮਰ ਹੁੰਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਦੋਂ ਕੀ ਚੀਜ਼ ਲੈਣੀ ਹੈ। ਪਹਿਲਾਂ ਸਿਰਫ ਵਿਜ਼ਿਟ ਕਰ ਰਹੇ ਹੁੰਦੇ ਨੇ, ਸਾਰੀਆਂ ਦੁਕਾਨਾਂ ਘੁੰਮ ਫਿਰ ਕੇ ਇਹਨਾਂ ਨੇ ਵੇਖਣੀਆਂ ਹੁੰਦੀਆਂ। ਅਤੇ ਇਹੋ ਜਿਹੇ ਕਸਟਮਰ ਨੂੰ ਜਦੋਂ ਪ੍ਰੋਪਰਲੀ ਇਨਫੋਰਮ ਕਰ ਦਿੱਤਾ ਜਾਵੇ ਕਿ ਸਾਡੇ ਕੋਲ ਆਹ ਚੀਜ਼ਾਂ ਆ ਗਈਆਂ ਅਤੇ ਆਹ ਫੀਚਰਸ ਨੇ, ਤਾਂ ਉਹ ਇੰਟਰਸਟ ਬਹੁਤ ਲੈਂਦੇ ਨੇ ਅਤੇ ਉਹ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਲੈਂਦੇ ਨੇ। ਲਾਈਫ ਲੌਂਗ ਕਸਟਮਰ, ਇਹ ਜਿਹੜੇ ਕਸਟਮਰ ਹੈ ਇਹ ਉੱਥੋਂ ਹੀ ਚੀਜ਼ ਲੈਣਗੇ। ਜੇ ਅੱਜ ਨਹੀਂ ਮਿਲੀ ਤਾਂ ਵੇਟ ਵੀ ਕਰ ਲੈਣਗੇ ਕਿ ਕੁਝ ਦਿਨਾਂ ਬਾਅਦ ਵੀ ਚੀਜ਼ ਲੈ ਲੈਣਗੇ। ਇਹ ਬਣਾਉਣੇ ਜਿਹੜੇ ਕਸਟਮਰ ਨੇ ਬਹੁਤ ਔਖੇ ਹੁੰਦੇ ਨੇ। ਜੇਕਰ 5% ਵੀ ਤੁਸੀਂ ਆਪਣੇ ਕਸਟਮਰ ਇਹੋ ਜਿਹੇ ਵਧਾ ਲੈਂਦੇ ਹੋ, ਰਿਟੈਂਸ਼ਨ ਵਧਾ ਲੈਂਦੇ ਹੋ, ਜਸਟ 5% ਇਨਕਰੀਜ਼ ਇਨ ਕਸਟਮਰ ਰਿਟੈਂਸ਼ਨ, it boosts profits by as much as 125%। 5% ਜੇਕਰ ਤੁਹਾਡੇ ਲਾਈਫ ਲੌਂਗ ਕਸਟਮਰ ਬਣ ਜਾਣ ਤਾਂ ਤੁਹਾਡਾ ਪ੍ਰੋਫਿਟ 125% ਜਿਹੜਾ ਹੈਗਾ ਉਹ ਪਹੁੰਚ ਜਾਂਦਾ। ਤਾਂ ਇਸ ਲਈ ਜਿਹੜਾ ਹੈਗਾ ਇਹੋ ਜਿਹੇ ਕਸਟਮਰ ਬਣਾਉਣੇ ਮੁਸ਼ਕਿਲ ਬਹੁਤ ਹੁੰਦੇ ਨੇ। ਪਰ ਜੇਕਰ ਇੱਕ ਵਾਰੀ ਇਹ ਬਣ ਜਾਏ ਤਾਂ ਫਿਰ ਸਾਨੂੰ ਕੋਈ ਹੋਰ ਚਿੰਤਾ ਨਹੀਂ ਰਹਿੰਦੀ। ਇਹਨਾਂ ਨੇ ਆਪਣੇ ਆਪ ਹੀ ਸਾਡਾ ਬਿਜ਼ਨਸ ਹੈ ਉਸ ਦੇ ਵਿੱਚ ਵਾਧਾ ਕਰਦੇ ਰਹਿੰਦੇ ਨੇ। ਕਈ ਵਾਰੀ ਕੋਈ ਕਸਟਮਰ ਹੈ ਉਹ ਨਾਰਾਜ਼ ਹੋ ਜਾਂਦਾ, ਕਿਸੇ ਗੱਲ ਤੋਂ ਗੁੱਸੇ ਹੋ ਜਾਂਦਾ ਸਾਡੇ ਫਰਮ ਦੇ ਵਿੱਚ ਆ ਕੇ, ਦੁਕਾਨ ਦੇ ਵਿੱਚ ਆ ਕੇ, ਤਾਂ ਉਹਨੂੰ ਜੇਕਰ ਸਹੀ ਤਰ੍ਹਾਂ ਟੈਕਲ ਕਰ ਲਿਆ ਜਾਵੇ ਕਸਟਮਰ ਰਿਲੇਸ਼ਨ ਮੈਨੇਜਮੈਂਟ ਟੈਕਨੀਕ ਦੇ ਨਾਲ, ਤਾਂ ਉਹ ਲਾਈਫ ਲੌਂਗ ਕਸਟਮਰ ਦੇ ਵਿੱਚ ਵੀ ਕਨਵਰਟ ਹੋ ਜਾਂਦਾ, ਟਰਨ ਹੋ ਜਾਂਦਾ। ਜਾਂ ਤਾਂ ਉਹ ਚਲਾ ਜਾਏਗਾ ਛੱਡ ਕੇ, ਦੁਬਾਰਾ ਉੱਥੇ ਆਏਗਾ ਨਹੀਂ, ਜਾਂ ਜੇਕਰ ਉਹ ਇੱਕ ਵਾਰੀ ਸਮਾਨ ਲੈ ਗਿਆ ਉੱਥੇ ਹੀ ਆਏਗਾ। ਇਹ ਜਿਹੜੇ ਜ਼ਿਆਦਾ ਗੁੱਸੇ ਹੁੰਦੇ ਨੇ ਲੋਕ, ਇਹ ਫਿਰ ਉਹ ਲੋਇਲ ਵੀ ਬਣ ਜਾਂਦੇ ਨੇ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਐਂਗਰੀ ਕਸਟਮਰ ਦੀ ਕੋਈ ਸਟੇਜ ਆਏ ਤਾਂ ਇਸ ਨੂੰ CRM ਇੱਥੇ ਜੋ ਯੂਜ਼ ਕਰਨੀ ਹੈ, ਟੂ ਰਿਜ਼ੋਲਵ ਦਾ ਸਿਚੁਏਸ਼ਨ ਐਂਡ ਆਫਰ ਟੂ ਕਸਟਮਰ। ਤਾਂ ਉੱਥੇ ਜੋ ਹੈ ਸਿਚੁਏਸ਼ਨ ਨੂੰ ਰਿਜ਼ੋਲਵ ਕਰਨਾ ਹੈ, ਵਧਾਉਣਾ ਨਹੀਂ ਹੈ ਗੱਲ ਨੂੰ, ਅਤੇ ਕਸਟਮਰ ਨੂੰ ਆਫਰ ਕਰ ਦੇਣਾ ਹੈ ਕਿ ਤੁਸੀਂ ਦੱਸੋ ਜੀ ਕੀ ਚਾਹੁੰਦੇ ਹੋ, ਸਾਡੀ ਵੀ ਆਪਣੀ ਗੱਲ ਵੀ ਦੱਸੋ, ਕਿ ਉਹਨੂੰ ਕਨਵਿੰਸ ਵੀ ਕਰੋ ਅਤੇ ਵੀ ਉਹਨੂੰ ਇਹ ਸ਼ੋਅ ਕਰੋ ਕਿ ਅਸੀਂ ਤੁਹਾਡੀ ਗੱਲ ਸੁਣ ਰਹੇ ਹਾਂ। ਤਾਂ ਬੜੀ ਜਲਦੀ ਮੰਨ ਜਾਂਦਾ ਇਹੋ ਜਿਹਾ ਕਸਟਮਰ। ਜੇਕਰ ਉਹ ਨਹੀਂ ਮੰਨ ਰਿਹਾ ਤਾਂ ਥਰਡ ਪਾਰਟੀ ਤੋਂ ਵੀ ਕਨਵਿੰਸ ਕਰਾਇਆ ਜਾ ਸਕਦਾ ਕਿ ਚਲੋ ਜੀ ਤੁਸੀਂ ਵੀ ਕੋਈ ਹੋਰ ਬੰਦਾ ਖੜਾ, ਉਹਨੂੰ ਦੱਸਤਾ ਜੀ ਸਾਡੀ ਆਹ ਗੱਲ ਹੈ ਅਤੇ ਤੁਸੀਂ ਦੱਸ ਦਿਓ ਜੀ ਕੀ ਗੱਲ ਹੈ। ਕਈ ਵਾਰੀ ਇਹਦੇ ਨਾਲ ਵੀ ਉਹ ਮੰਨ ਜਾਂਦਾ। ਬੀ ਐਮਪੈਥੈਟਿਕ ਐਂਡ ਅੰਡਰਸਟੈਂਡਿੰਗ, ਜੇ ਉਹਦੀ ਗੱਲ ਨੂੰ ਇੰਝ ਲੱਗੇ ਕਿ ਮੇਰੀ ਗੱਲ ਨੂੰ ਸਮਝ ਰਹੇ ਨੇ ਅਤੇ ਉਹਦੀ ਗੱਲ ਨੂੰ ਮੰਨ ਰਹੇ ਹਾਂ, ਉਹਨੂੰ ਇਹ ਵੀ ਕਹਿ ਦਈਏ ਕਿ ਕੋਈ ਨਹੀਂ, ਅੱਗੇ ਤੋਂ ਅਸੀਂ ਐਵੇਂ ਕਰਾਂਗੇ ਜੋ ਤੁਸੀਂ ਕਹਿ ਰਹੇ ਹੋ, ਜਾਂ ਇਸ ਗੱਲ ਨੂੰ ਅਸੀਂ ਮੰਨ ਰਹੇ ਹਾਂ ਤੁਹਾਡੀ ਗੱਲ ਨੂੰ, ਤਾਂ ਵੀ ਉਹ ਕਸਟਮਰ ਜਿਹੜਾ ਐਂਗਰੀ ਕਸਟਮਰ ਹੈ ਉਹ ਰਿਟੇਨ ਹੋ ਜਾਂਦਾ। ਸੁਜੈਸਟ ਟੂ ਨਾਟ ਹੈਪਨ ਇਨ ਫਿਊਚਰ, ਜੇਕਰ ਉਹਨੂੰ ਅਸੀਂ ਇਹ ਕਹੀਏ ਕਿ ਅੱਗੇ ਤੋਂ ਇਹ ਚੀਜ਼ ਨਹੀਂ ਹੋਏਗੀ, ਉੱਥੇ ਅਸੀਂ ਆਪਣਾ ਜਿਹੜਾ ਹੈਗਾ ਅਸੀਂ ਉਹਨੂੰ ਦੱਸ ਦਈਏ ਕਿ ਪ੍ਰੋਮਿਸ ਕਰੀਏ ਕਿ ਅੱਗੇ ਤੋਂ ਨਹੀਂ ਹੋਏਗਾ, ਤਾਂ ਵੀ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਕਈ ਵਾਰੀ ਬੜਾ ਪੱਕਾ ਕਸਟਮਰ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਬਣ ਜਾਂਦਾ। ਅਪੋਲੋਜਾਈਜ਼ ਫॉर ਦਾ ਮਿਸਟੇਕ, ਜਿਹੜੀ ਸਾਡੇ ਤੋਂ ਗਲਤੀ ਹੋ ਗਈ, ਜੇਕਰ ਉਸਦੀ ਉਹਨੂੰ ਕਹਿ ਦਈਏ ਕਿ ਠੀਕ ਹੈ ਜੀ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਤੇ ਅੱਗੇ ਤੋਂ ਇਹਨੂੰ ਨਹੀਂ ਕਰਾਂਗੇ, ਤਾਂ ਵੀ ਉਹ ਕਸਟਮਰ ਜਿਹੜਾ ਹੈਗਾ ਲਾਈਫ ਲੌਂਗ ਕਸਟਮਰ ਦੇ ਵਿੱਚ ਚੇਂਜ ਹੋ ਸਕਦਾ ਅਤੇ ਸਾਡਾ ਪ੍ਰੋਫਿਟ ਜਿਹੜਾ ਬਹੁਤ ਬੂਸਟ ਹੋ ਸਕਦਾ। ਅੱਜ ਦਾ ਲੈਕਚਰ ਡਿਸਕਸ਼ਨ ਆਪਾਂ ਇੱਥੇ ਰੋਕਦੇ ਹਾਂ। ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਟੌਪਿਕ ਦੇ ਜੋ ਨੈਕਸਟ ਪਾਰਟਸ ਨੇ, ਕਸਟਮਰ ਐਕਸਪੈਕਟੇਸ਼ਨ ਐਂਡ ਕਸਟਮਰ ਸੈਟਿਸਫੈਕਸ਼ਨ, ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।